Hello everyone. Today I'll discuss about various strategies and techniques for improving speaking at home. ਇਹ ਆਮ ਪ੍ਰੋਬਲਮ ਹੈ ਕਿ ਬੱਚੇ ਵੈਸੇ ਤਾਂ ਬਾਕੀ ਸਭ ਕੁਝ ਠੀਕ ਕਰ ਲੈਂਦੇ ਆ ਪਰ ਸਪੀਕਿੰਗ ਦੇ ਵਿੱਚ ਸਕੋਰ ਚੰਗੇ ਨਹੀਂ ਸਿਕਿਉਰ ਕਰ ਪਾਉਂਦੇ। ਸਪੀਕਿੰਗ ਦੀ ਨਾ ਤਾਂ ਉਹਨਾਂ ਦੀ ਸੈਂਟੈਂਸ ਦੇ ਵਿੱਚ ਵੀ ਇੰਨੀ ਪ੍ਰੈਕਟਿਸ ਹੁੰਦੀ ਹੈ ਤੇ ਨਾ ਕੋਈ ਟੈਕਨੀਕਸ ਦੱਸਦਾ ਵੀ ਸਪੀਕਿੰਗ ਦੇ ਵਿੱਚ ਵਧੀਆ ਸਕੋਰ ਕਿੱਦਾਂ ਕੀਤਾ ਜਾਵੇ। ਹੁਣ ਇਸ ਦੇ ਲਈ ਮੈਂ ਇੱਕ ਵੀਡੀਓ ਬਣਾਈ ਹੋਈ ਹੈ ਵੀ ਤੁਸੀਂ ਘਰ ਦੇ ਵਿੱਚ ਹੀ ਰਹਿ ਕੇ ਆਪਣੇ ਸਪੀਕਿੰਗ ਸਕੋਰਸ ਨੂੰ ਕਿਵੇਂ ਬੂਸਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤਾਂ ਜ਼ਰੂਰੀ ਹੈ ਕਿ ਟੌਪਿਕਸ ਨੂੰ ਕਲੈਕਟ ਕਰੋ। ਜਿਹੜੇ ਕਿਊ ਕਾਰਡਸ ਦੇ ਟੌਪਿਕ ਟ੍ਰੈਂਡਿੰਗ ਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਕਲੈਕਟ ਕਰੋ। ਤੁਸੀਂ ਉਸ ਦੇ ਵਾਸਤੇ ਯੂਟਿਊਬ ਜਾਂ ਹੋਰ ਬਹੁਤ ਸਾਰੇ ਸੋਰਸਿਸ ਹੁੰਦੇ ਨੇ, ਜਿੱਦਾਂ ਬੁੱਕਸ ਪਬਲਿਸ਼ ਹੁੰਦੀਆਂ ਨੇ ਜਾਂ ਵੱਖਰੀਆਂ ਵੈਬਸਾਈਟਸ ਹੁੰਦੀਆਂ ਜਿਨ੍ਹਾਂ ਦੇ ਉੱਤੇ ਲੇਟੈਸਟ ਟੌਪਿਕਸ ਆਉਂਦੇ ਆ। ਮੈਂ ਵੀ ਫਰਦਰ ਫਿਊਚਰ ਵਿੱਚ ਕੁਝ ਵੀਡੀਓਜ਼ ਬਣਾਵਾਂਗੀ ਜਿਹਦੇ ਵਿੱਚ ਮੈਂ ਜ਼ਿਆਦਾ ਜਨਰਲ ਟੌਪਿਕਸ ਅਤੇ ਇਸ ਵੇਲੇ ਦੇ ਉਸ ਪਰਟੀਕੂਲਰ ਟਾਈਮ ਪੀਰੀਅਡ ਦੇ ਟਰੈਂਡਿੰਗ ਟੌਪਿਕਸ ਮੈਂ ਜ਼ਰੂਰ ਇਨਕਲੂਡ ਕਰਾਂਗੀ। ਸਭ ਤੋਂ ਪਹਿਲਾਂ ਜ਼ਰੂਰੀ ਹੈ ਵੀ ਟੌਪਿਕਸ ਕਿਹੜੇ ਚੱਲ ਰਹੇ ਆ ਉਹਨਾਂ ਦੀ ਇੱਕ ਲਿਸਟ ਤਿਆਰ ਕਰ ਲਓ। ਉਸ ਤੋਂ ਬਾਅਦ ਆਉਂਦਾ ਹੈ ਐਸੈਂਸ਼ੀਅਲ ਆਈਡੀਆਜ਼ ਨੂੰ ਇਕੱਠਾ ਕਰੋ। ਇਸ ਦਾ ਮਤਲਬ ਕਿ ਟੌਪਿਕਸ ਤਾਂ ਇਕੱਠੇ ਕਰ ਲਏ, ਹੁਣ ਉਸ ਟੌਪਿਕ ਬਾਰੇ ਕੀ ਬੋਲੋਗੇ ਇਸ ਦੀ ਪ੍ਰੈਕਟਿਸ ਪਹਿਲਾਂ ਤੋਂ ਹੀ ਸਟਾਰਟ ਕਰਨੀ ਪਏਗੀ ਕਿਉਂਕਿ ਔਨ ਦਾ ਸਪੌਟ ਤਾਂ ਓਬਵੀਅਸਲੀ ਕੋਈ ਵੀ ਇੰਨਾ ਇੰਟੈਲੀਜੈਂਟ ਨਹੀਂ ਹੁੰਦਾ ਵੀ ਇੰਨਾ ਸਾਰਾ 1 to 2 ਮਿੰਟਸ ਦਾ ਮਟੀਰੀਅਲ ਔਨ ਦਾ ਸਪੌਟ ਗੈਦਰ ਕਰਕੇ ਬਿਲਕੁਲ ਕਰੈਕਟਲੀ ਬੋਲ ਸਕੇ। ਉਸ ਦੇ ਲਈ ਪ੍ਰੈਕਟਿਸ ਦੀ ਜ਼ਰੂਰਤ ਹੈ। ਜਿਵੇਂ ਹੀ ਟੌਪਿਕਸ ਤੁਸੀਂ ਕਲੈਕਟ ਕਰ ਲਏ ਉਸ ਤੋਂ ਬਾਅਦ ਹਰ ਇੱਕ ਟੌਪਿਕ ਨੂੰ ਇਕੱਲੇ ਨੂੰ ਲੈ ਕੇ ਉਹਦੇ ਬਾਰੇ ਆਈਡੀਆਸ ਨੂੰ ਗੈਦਰ ਕਰਨਾ ਸ਼ੁਰੂ ਕਰੋ ਵੀ ਇਸ ਟੌਪਿਕ ਵਿੱਚ ਤੁਸੀਂ ਕੀ ਬੋਲ ਸਕਦੇ ਹੋ। ਜਿਸ ਵੇਲੇ ਤੁਸੀਂ ਪਰਟੀਕੂਲਰ ਟੌਪਿਕ ਦੇ ਆਈਡੀਆਸ ਗੈਦਰ ਕਰ ਲਏ ਉਸ ਤੋਂ ਬਾਅਦ ਇਹ ਦੇਖੋ ਵੋਕੈਬੂਲਰੀ ਕਿਹੜੀ ਯੂਜ਼ ਕਰ ਸਕਦੇ ਹੋ। ਵੋਕੈਬੂਲਰੀ ਬਹੁਤ ਮਾਇਨੇ ਰੱਖਦੀ ਹੈ। ਜੇਕਰ ਤੁਸੀਂ ਬਹੁਤ ਹੀ ਲੇਮੈਨ ਦੇ ਸੈਂਟੈਂਸਿਸ ਜਾਂ ਵਰਡਸ ਯੂਜ਼ ਕਰੋਗੇ ਤਾਂ ਓਬਵੀਅਸਲੀ ਸਟੈਂਡਰਡ ਗੈਸ ਹੋ ਜਾਂਦਾ ਕਿ ਬੰਦੇ ਦੀ ਕਿੰਨੀ ਕੁ ਇੰਗਲਿਸ਼ ਸਪੀਕਿੰਗ ਐਬਿਲਿਟੀ ਹੈ। ਜੇਕਰ ਤੁਸੀਂ ਵਧੀਆ ਸਟਰੋਂਗ ਵਰਡਸ ਨੂੰ ਬੜੀ ਐਫੀਸ਼ੀਐਂਟਲੀ ਯੂਜ਼ ਕਰ ਪਾਉਂਦੇ ਹੋ ਉਸ ਦਾ ਬਹੁਤ ਡੂੰਘਾ ਇੰਪੈਕਟ ਪੈਂਦਾ ਐਗਜ਼ਾਮੀਨਰ ਦੇ ਉੱਤੇ ਅਤੇ ਤੁਹਾਨੂੰ ਓਬਵੀਅਸਲੀ ਉਸ ਚੰਗੇ ਸਕੋਰਸ ਦੇਵੇਗਾ ਹੀ। ਹੁਣ ਵੋਕੈਬੂਲਰੀ ਕਿੱਦਾਂ ਦੀ ਹੋ ਸਕਦੀ ਹੈ। ਫੋਰ ਐਗਜ਼ਾਮਪਲ ਸਪੋਜ਼ ਮੈਂ ਕਹਿਣਾ ਹੋਵੇ ਕਿ the therapy provided relief from intense pain। ਠੀਕ ਹੈ, ਇੱਥੇ ਮੈਂ ਪੇਨ ਨੂੰ ਕਿੱਦਾਂ ਡਿਸਕ੍ਰਾਈਬ ਕੀਤਾ ਇੰਟੈਂਸ। ਹੁਣ ਇੰਟੈਂਸ ਨੂੰ ਮੈਂ ਰਿਪਲੇਸ ਕਰ ਸਕਦੀ ਹਾਂ with the word excruciating pain। ਠੀਕ ਹੈ, ਹੁਣ excruciating pain ਕਿੰਨਾ ਵਧੀਆ ਵਰਡ ਲੱਗਦਾ ਇੰਟੈਂਸ ਪੇਨ ਦੀ ਥਾਂ 'ਤੇ। ਹੁਣ ਜਿੱਦਾਂ ਅਸੀਂ ਆਮ ਕਰਕੇ ਡਿਸਕ੍ਰਾਈਬ ਕਰਦੇ ਹਾਂ ਵੀ ਬਹੁਤ ਜ਼ਿਆਦਾ ਦਰਦ ਹੋ ਰਹੀ ਹੈ, ਗੁੱਡ ਹੈ, ਬੈਡ ਹੈ, ਇਸ ਤਰੀਕੇ ਨਾਲ ਨਹੀਂ। ਉਸ ਦੇ ਲਈ ਪਰਟੀਕੂਲਰ ਵਰਡ ਦੇਖੀਏ ਵੀ ਕਿਹੜੇ ਵਰਡ ਦੇ ਨਾਲ ਆਪਾਂ ਉਸ ਸੈਂਟੈਂਸ ਦਾ ਇੱਕ ਨੁਹਾਰ ਹੀ ਬਦਲ ਸਕਦੇ ਹਾਂ। ਉਹ ਬਹੁਤ ਹੀ ਜ਼ਿਆਦਾ ਇੰਪ੍ਰੈਸਿਵ ਸੈਂਟੈਂਸ ਹੋ ਜਾਏਗਾ। ਜਿਸ ਵੇਲੇ ਤੁਸੀਂ ਹੁਣ ਵੋਕੈਬੂਲਰੀ ਦੀ ਵੀ ਇੱਕ ਲਿਸਟ ਬਣਾ ਲਈ, ਠੀਕ ਹੈ, ਲਿਸਟ ਤਿਆਰ ਕਰ ਲਓ, ਕੁਛ ਸੈੱਟ ਬਣਾ ਲਓ ਉਹਦਾ। ਉਸ ਤੋਂ ਬਾਅਦ ਆਪਣੀ ਰਿਕਾਰਡਿੰਗ ਕਰੋ। ਹੁਣ ਰਿਕਾਰਡਿੰਗ ਕਿਉਂ ਕਰਨੀ ਹੈ? ਹਰ ਇੱਕ ਬੰਦੇ ਦਾ ਲਿਖਣ ਦਾ ਤਰੀਕਾ ਹੋਰ ਹੁੰਦਾ ਹੈ, ਬੋਲਣ ਦਾ ਤਰੀਕਾ ਹੋਰ ਹੁੰਦਾ ਹੈ। ਬੋਲਣ ਦੇ ਵਿੱਚ ਸਾਡੀ ਨਰਵਸਨੈਸ, ਸਾਡੀ ਆਵਾਜ਼ ਦੀ ਟੋਨ ਸਭ ਕੁਛ ਆ ਜਾਂਦਾ ਹੈ। ਲਿਖਣ ਦੇ ਵਿੱਚ ਕਿਸੇ ਨੂੰ ਪਤਾ ਨਹੀਂ ਲੱਗੇਗਾ ਵੀ ਮੈਂ ਬੋਲਦੇ ਹੋਏ ਨਰਵਸ ਹੋਵਾਂਗਾ ਕਿ ਨਹੀਂ। ਜੋ ਕੁਛ ਵੀ ਤੁਸੀਂ ਆਪਣੇ ਆਈਡੀਆਸ ਤਿਆਰ ਕੀਤੇ ਇੱਕ ਪਰਟੀਕੂਲਰ ਟੌਪਿਕ ਨੂੰ ਲੈ ਕੇ ਉਸ ਨੂੰ ਹੁਣ ਰਿਕਾਰਡ ਕਰੋ। ਰਿਕਾਰਡ ਕਰਨ ਤੋਂ ਬਾਅਦ ਜੋ ਕੁਛ ਵੀ ਤੁਸੀਂ ਰਿਕਾਰਡਿੰਗ ਕੀਤੀ ਹੈ ਉਸ ਨੂੰ ਖੁਦ ਹੀ ਲਿਸਨ ਕਰੋ। ਲਿਸਨ ਕਰਕੇ ਦੇਖੋ ਵੀ ਤੁਸੀਂ ਕਿੰਨੇ ਫਲੂਐਂਟਲੀ ਬੋਲ ਪਾਏ। ਮੋਸਟਲੀ ਕੀ ਹੁੰਦਾ ਹੈ ਕਿ ਕ੍ਰੈਮ ਕੀਤੇ ਹੋਏ ਹੁੰਦੇ ਨੇ ਸੈਂਟੈਂਸਸ ਤੋਂ ਸਟਾਰਟਿੰਗ 'ਤੇ ਤਾਂ ਬੰਦੇ ਦੀ ਸਪੀਡ ਬੜੀ ਤੇਜ਼ ਹੁੰਦੀ ਹੈ ਅਤੇ ਮੁੜ ਕੇ ਕੀ ਹੁੰਦਾ ਆਊਟ ਆਫ ਆਈਡੀਆਸ ਹੋ ਜਾਂਦਾ ਹੈ। ਸਪੀਡ ਉੱਥੇ ਹੀ ਸਲੋ ਹੋ ਜਾਂਦੀ ਹੈ, ਪੌਜ਼ਸ ਲੱਗਣੇ ਸ਼ੁਰੂ ਹੋ ਜਾਂਦੇ ਆ। ਇਸ ਦਾ ਇੱਕ ਬਹੁਤ ਬੈਡ ਇੰਪੈਕਟ ਪੈਂਦਾ ਐਗਜ਼ਾਮੀਨਰ ਦੇ ਉੱਤੇ। ਫਲੂਐਂਸੀ ਉਨੀ ਕੁ ਹੀ ਰੱਖੋ ਜਿੰਨੀ ਤੁਸੀਂ ਥਰੂ ਆਊਟ ਦੀ ਕਨਵਰਸੇਸ਼ਨ ਮੇਨਟੇਨ ਕਰਕੇ ਰੱਖ ਸਕੋ। ਜੇ ਤੁਸੀਂ ਸਟਾਰਟਿੰਗ 'ਤੇ ਜਿੱਦਾਂ ਕਹਿ ਤਾ ਵੀ ਸਟਾਰਟਿੰਗ ਦਾ ਇੰਪਰੈਸ਼ਨ ਪਾਉਣਾ ਵੀ ਸਟਾਰਟਿੰਗ ਦੇ 1-2 ਸੈਂਟੈਂਸਿਸ ਫੁੱਲ ਸਪੀਡ 'ਤੇ ਤਾਂ ਮੁੜ ਕੇ ਜਿਹੜੇ ਡਮ ਸਾਊਂਡ ਕਰੋਗੇ ਨਾ ਤਾਂ ਉਹਦੇ ਨਾਲ ਮਾਰਕਸ ਤੁਹਾਡੇ ਕੱਟੇ ਜਾਣਗੇ। ਮਾਇਨੇ ਨਹੀਂ ਰੱਖਦਾ ਕਿ ਤੁਸੀਂ ਬਹੁਤ ਸਪੀਡ ਨਾਲ ਬੋਲੋ, ਉਸ ਪੇਸ ਦੇ ਨਾਲ ਬੋਲੋ ਕਿ ਤੁਸੀਂ ਥਰੂ ਆਊਟ ਉਹੀ ਟੋਨ ਅਤੇ ਉਹੀ ਪੇਸ ਮੇਨਟੇਨ ਕਰ ਪਾਓ। ਬੋਲਣ ਦੇ ਵਿੱਚ ਵੀ ਤੁਸੀਂ ਆਪਣੀ ਵੋਕੈਬੂਲਰੀ ਦੇਖੋ ਵੀ ਤੁਸੀਂ ਕਿਹੋ ਜਿਹੀ ਵੋਕੈਬੂਲਰੀ ਯੂਜ਼ ਕਰ ਰਹੇ। ਜਿੱਦਾਂ ਸਪੋਜ਼ ਵੀ ਠੰਡ ਬੜੀ ਹੈ, ਸਪੋਜ਼
ਆਪਾਂ ਕੋਲਡ ਹੀ ਕਹੀ ਜਾ ਰਹੇ ਹਾਂ। ਕੋਲਡ ਨੂੰ ਹੁਣ ਨਿਊ ਵਰਡਸ ਸਾਈਨੋਨਿਮਸ ਵੀ ਦੇਖੋ ਵੀ ਮੈਂ ਇਹਦੇ ਵਿੱਚ ਸਾਈਨੋਨਿਮਸ ਕਿਹੜੇ ਯੂਜ਼ ਕਰ ਸਕਦਾ ਹਾਂ, ਠੀਕ ਹੈ। ਉਸ ਦੇ ਵਿੱਚ ਇੱਕ ਵਰਡ ਨੂੰ ਹੀ ਦੁਬਾਰਾ ਰਿਪੀਟ ਕਰਨ ਦੀ ਥਾਂ 'ਤੇ ਸਾਈਨੋਨਿਮਸ ਨੂੰ ਯੂਜ਼ ਕਰੋ, ਠੀਕ ਹੈ। ਫਿਰ ਆਪਣੀ ਗ੍ਰਾਮਰ ਦੇਖੋ ਵੀ ਗ੍ਰਾਮਰ ਕਿਹੋ ਜਿਹੀ ਯੂਜ਼ ਕਰ ਰਹੇ ਹੋ। ਜਿਹੜਾ ਮੂਹਰੇ ਕੁਐਸਚਨ ਪੁੱਛਿਆ ਗਿਆ ਉਹ ਕੀ ਪ੍ਰੈਜ਼ੈਂਟ ਵਿੱਚ ਹੈ ਕਿ ਕਿਹੜੇ ਵਾਲੇ ਟੈਂਸ ਵਿੱਚ ਹੈ। ਜੇ ਤੁਸੀਂ ਪਾਸਟ ਦੀ ਗੱਲ ਕਰ ਰਹੇ ਹੋ ਤਾਂ ਪਾਸਟ ਟੈਂਸ ਯੂਜ਼ ਕਰਨਾ ਹੈ। ਫਿਰ ਦੇਖੋ ਕਿ ਤੁਹਾਡੀ ਪ੍ਰੋਨੰਸੀਏਸ਼ਨ ਕਿੱਦਾਂ ਹੈ। ਕਈ ਵਾਰ ਸਾਨੂੰ ਕਿਸੇ ਵੀ ਵਰਡ ਦੀ ਪ੍ਰੋਨੰਸੀਏਸ਼ਨ ਬਿਲਕੁਲ ਸਹੀ ਪਤਾ ਹੁੰਦੀ ਹੈ, ਪਰ ਆਊਟ ਆਫ ਨਰਵਸਨੈਸ ਅਸੀਂ ਕਰਦੇ ਉਸਨੂੰ ਪ੍ਰੋਨਾਊਂਸ ਹੀ ਸਹੀ ਨਹੀਂ ਕਰ ਪਾਉਂਦੇ। ਇਸ ਲਈ ਇਹ ਸਭ ਕੁਛ ਤਾਂ ਪ੍ਰੈਕਟਿਸ ਦੇ ਨਾਲ ਹੀ ਆਏਗਾ। ਜਦੋਂ ਆਪਾਂ ਆਪਣੀ ਰਿਕਾਰਡਿੰਗ ਕਰਾਂਗੇ ਵਾਰ-ਵਾਰ, ਓਬਵੀਅਸਲੀ ਇੱਕ ਵਰਡ ਨੂੰ ਆਪਾਂ ਵਧੀਆ ਪ੍ਰੋਨਾਊਂਸ ਕਰ ਸਕਦੇ ਹਾਂ। ਹੁਣ ਜਿਵੇਂ ਮੈਂ ਐਗਜ਼ਾਮਪਲ ਦੇਣੀ ਹੈ, ਇੱਕ ਵਰਡ ਹੈ ਸਕੈਜੂਅਲ। ਇਹਨੂੰ ਆਪਾਂ ਆਮ ਕਰਕੇ ਬੋਲਦੇ ਹਾਂ ਸ਼ਡਿਊਲ, ਠੀਕ ਹੈ। ਇਹਨੂੰ ਸਕੈਜੂਅਲ ਵੀ ਬੋਲਿਆ ਜਾਂਦਾ ਹੈ। ਹੁਣ ਜੇ ਔਨ ਦਾ ਸਪੌਟ ਸਾਡੇ ਦਿਮਾਗ 'ਚ ਆਇਆ ਓਕੇ ਆਈ ਗॉट ਅ ਵੈਰੀ ਮਤਲਬ ਇੱਕ ਬਹੁਤ ਜ਼ਿਆਦਾ ਟਫ ਸ਼ਡਿਊਲ ਹੀ ਬੋਲਾਂਗੇ ਓਬਵੀਅਸਲੀ, ਕਿਉਂਕਿ ਸਾਡੀ ਪ੍ਰੈਕਟਿਸ ਨਹੀਂ ਸਾਡੀ ਹੋਈ। ਜੇਕਰ ਅਸੀਂ ਪ੍ਰੈਕਟਿਸ ਕਰਾਂਗੇ ਤਾਂ ਅਸੀਂ ਕੀ ਕਹਾਂਗੇ, ਫਿਰ ਸਕੈਡਿਊਲ ਬੋਲਾਂਗੇ ਜਾਂ ਸਕੈਜੂਅਲ ਬੋਲਾਂਗੇ, ਠੀਕ ਹੈ। ਫਿਰ ਰਿਕਾਰਡਿੰਗ ਦੇ ਵਿੱਚ ਆਪਣੀ ਵੋਕੈਬਲਰੀ ਦੇਖੋ, ਆਪਣੀ ਗ੍ਰਾਮਰ ਦੇਖੋ। ਇਹ ਦੇਖੋ ਪੌਜ਼ਿਸ ਕਿੰਨੇ ਕੁ ਲਾ ਰਹੇ ਹੋ, ਬਿਕਾਜ਼ ਪੌਜ਼ਿਸ ਦਾ ਇੱਕ ਚੰਗਾ ਇੰਪੈਕਟ ਨਹੀਂ ਪੈ ਰਿਹਾ। ਨੰਬਰ ਤਾਂ ਓਬਵੀਅਸਲੀ ਤੁਹਾਡੇ ਰਿਡਿਊਸ ਹੋਣਗੇ ਹੀ, ਪੌਜ਼ਿਸ ਨਹੀਂ ਕਰਨਾ। ਉਸ ਤੋਂ ਬਾਅਦ ਜਦੋਂ ਤੁਹਾਡਾ ਤੁਸੀਂ ਕਰੈਕਟ ਕਰ ਲਿਆ ਆਪਣੇ ਆਪ ਨੂੰ, ਉਸ ਤੋਂ ਬਾਅਦ ਦੁਬਾਰਾ ਰਿਕਾਰਡਿੰਗ ਕਰੋ ਅਤੇ ਦੇਖੋ ਵੀ ਹੁਣ ਤੁਹਾਡੇ ਵਿੱਚ ਕੀ ਇੰਪਰੂਵਮੈਂਟ ਹੋਈ। ਜੇਕਰ ਤੁਸੀਂ ਸਾਰੀਆਂ ਟੈਕਟਿਕਸ ਵਰਤਦੇ ਹੋ ਅਗੇਨ, ਬਿਕਾਜ਼ ਪ੍ਰੈਕਟਿਸ ਦੇ ਨਾਲ ਹੀ ਤੁਸੀਂ ਪਰਫੈਕਟ ਹੋਣਾ ਹੈ। ਕਿਸੇ ਵੀ ਵਧੀਆ ਤੋਂ ਵਧੀਆ ਦੇ ਸੈਂਟਰ ਚਲੇ ਜਾਓ, ਕੋਈ ਵੀ ਸਪੀਕਿੰਗ ਦੇ ਪਹਿਲਾਂ ਤਾਂ ਇੰਨੀ ਵੱਡੀ ਕਲਾਸਿਸ ਹੁੰਦੀਆਂ, ਬੈਚਿਸ ਬੜੇ ਵੱਡੇ ਹੁੰਦੇ ਆ। ਈਚ ਐਂਡ ਇੰਡੀਵਿਜੂਅਲ ਸਟੂਡੈਂਟ ਨੂੰ ਕੋਈ ਅਟੈਂਸ਼ਨ ਹੀ ਨਹੀਂ ਪੇ ਕਰ ਪਾਉਂਦਾ। ਸਭ ਤੋਂ ਵਧੀਆ ਗੱਲ ਹੈ ਕਿ ਤੁਸੀਂ ਆਪਣੇ ਲੈਵਲ ਦੇ ਉੱਤੇ ਪ੍ਰੈਕਟਿਸ ਕਰੋ। ਲਾਈਵ ਸੈਸ਼ਨਸ ਵੀ 1 to 1 ਕਈ ਸੈਸ਼ਨਸ ਪ੍ਰੋਵਾਈਡ ਕਰਦੇ, ਜਿਹੜਾ ਇੱਕੋ ਹੀ ਬੱਚੇ ਨੂੰ ਉਹ ਵਾਲਾ ਟਾਈਮ ਡਿਊਰੇਸ਼ਨ ਪ੍ਰੋਵਾਈਡ ਕਰਦੇ ਆ ਅਤੇ ਇੱਕੋ ਬੱਚੇ ਦੇ ਉੱਤੇ ਫੋਕਸ ਹੁੰਦਾ ਕੰਪਲੀਟਲੀ ਵੀ ਤੇਰੀ ਮਿਸਟੇਕਸ ਕਿੱਥੇ, ਬਿਕਾਜ਼ ਫੀਡਬੈਕ ਬਹੁਤ ਇੰਪੋਰਟੈਂਟ ਹੈ। ਕਿੱਥੇ ਬੱਚਾ ਗਲਤੀ ਕਰ ਰਿਹਾ, ਇੱਕ ਚੰਗਾ ਟੀਚਰ ਲਾਈਵ ਸੈਸ਼ਨ ਜਿਹੜੇ 1 to 1 ਹੁੰਦੇ ਆ ਉਹਦੇ ਥਰੂ ਓਬਵੀਅਸਲੀ ਉਸ ਬੱਚੇ ਦੀ ਹੈਲਪ ਹੋ ਸਕਦੀ ਹੈ। ਥੈਂਕ ਯੂ।